ਸਾਧ ਸੰਗਤ ਜੀ, ਪ੍ਰਸੰਗ ਆਪਾਂ ਵਿਚਾਰ ਰਹੇ ਸਾਂ ਪਦਮਾ ਨਾਮ ਦਾ। ਇਹ ਉਹ ਹੈ ਜਿਹੜੀ ਪੜ੍ਹੀ ਲਿਖੀ ਕਾਫੀ ਹੈ, ਸਿਆਣਪ ਬਹੁਤ ਜ਼ਿਆਦਾ, ਸਿਆਣੀ ਵੀ ਹੈ। ਇਹ ਨਹੀਂ ਕਿ ਪੜ੍ਹੇ ਲਿਖੇ ਹੋਣ ਦਾ ਕੋਈ ਹੰਕਾਰ ਆ। ਵੈਸੇ ਪੜ੍ਹੇ ਲਿਖੇ ਹੋਣ ਦਾ ਹੰਕਾਰ ਹੋ ਜਾਂਦਾ ਬੜੀ ਜਲਦੀ, ਪਰ ਇਹਨੂੰ ਹੰਕਾਰ ਨਹੀਂ, ਬਲਕਿ ਇਹ ਉਸ ਪੜ੍ਹੇ ਲਿਖੇ ਨੂੰ ਵਿਚਾਰਦੀ ਹੈ। ਜੋ ਮੈਂ ਪੜ੍ਹਿਆ ਹੈ, ਜੋ ਜਿੰਨੀ ਕੁ ਮੈਨੂੰ ਸਿਆਣਪ ਹੈ, ਉਹਦੇ ਅਨੁਸਾਰ ਮੈਂ ਸਹੀ ਜਿਹੜੇ ਵਿਚਾਰ ਹੈ ਉਹਨੂੰ ਚੁਣ ਸਕਾਂ, ਸਹੀ ਗੱਲਾਂ ਜਿਹੜੀਆਂ ਨੇ ਉਹਨੂੰ ਸਮਝ ਸਕਾਂ। ਇਸ ਕਰਕੇ ਇਹਦਾ ਹਮੇਸ਼ਾ ਯਤਨ ਰਿਹਾ ਸਹੀ ਪਾਸੇ ਚੱਲਣ ਦਾ। ਇਹ ਹੈ ਇੱਕ ਰਾਜ ਦੁਲਾਰੀ, ਰਾਜ ਘਰਾਣੇ ਦੇ ਵਿੱਚ ਜੰਮੀ ਪਲੀ ਧੀ ਹੈ। ਪਿਤਾ ਦੇ ਨਾਲ ਬੜਾ ਪਿਆਰ ਆ, ਪਿਆਰ ਆਪਣੇ ਰਾਜੇ ਪਿਤਾ ਦੇ ਨਾਲ। ਤੇ ਮੈਂ ਜਿਵੇਂ ਬੇਨਤੀ ਕਰ ਰਿਹਾ, ਰੰਗ ਚੜ੍ਹਦਾ ਅਸਰ ਹੁੰਦਾ ਹੈ। ਪਿਤਾ ਜਿਹੜਾ ਹੈ ਉਹਦਾ ਵੀ ਦਿਲ ਤਕਰੀਬਨ ਇਹਦੇ ਨਾਲ ਮਿਲਦਾ ਜੁਲਦਾ ਹੈ। ਆਪਸ ਵਿੱਚ ਇਹਨਾਂ ਦੀਆਂ ਕਈ ਸਲਾਹਾਂ ਹੁੰਦੀਆਂ ਨੇ, ਜਿਵੇਂ ਆਪਾਂ ਪਿਛਲੇ ਭਾਗਾਂ ਦੇ ਵਿੱਚ ਵਿਚਾਰਿਆ ਪਿਆਰਿਓ, ਕਿ ਇਹ ਲੜਕੀ ਪਦਮਾ ਜਿਹੜੀ ਹੈ ਆਪਣੇ ਪਿਤਾ ਨੂੰ ਕਹਿੰਦੀ ਹੈ, ਕਿਉਂ ਸਾਰੇ ਰਾਜੇ ਜਿਹੜੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਰੋਧ ਵਿੱਚ ਭੁਗਤਦੇ ਪਏ। ਉਹ ਸਮਝਾਉਂਦਾ ਹੈ ਕਿ ਬੱਚੀਏ, ਦਿਲ ਤੇ ਨਹੀਂ ਕਰਦਾ, ਪਰ ਕੁਝ ਨਾ ਕੁਝ ਐਸੀਆਂ ਚੁਗਲੀਆਂ ਲਾਉਣ ਵਾਲੇ ਵੀ ਵਿੱਚੋਂ ਨਿਕਲ ਆਉਂਦੇ ਨੇ, ਪਰਮੇ ਵਰਗੇ ਜਿਹੜੇ ਛਾਲ ਕਪਟ ਕਰਦੇ ਆ, ਸਿਰਫ ਚੌਧਰ ਦੇ ਭੁੱਖੇ, ਚੌਧਰ ਦੇ ਮਾਰਿਆਂ ਹੀ ਰਾਜਿਆਂ ਨੂੰ ਭੜਕਾਈ ਜਾਂਦੇ ਨੇ। ਸੋ ਇਹ ਵਿਚਾਰਾਂ ਆਪਾਂ ਕਰ ਰਹੇ ਸਾਂ ਪਿਆਰਿਓ, ਸਤਿਗੁਰੂ ਮਹਾਰਾਜ ਦੀ ਦਇਆ ਦੇ ਨਾਲ। ਜੋ ਆਪਾਂ ਜਿੱਥੋਂ ਤੱਕ ਵਿਚਾਰ ਸਾਂਝੀ ਕੀਤੀ ਹੈ ਕਿ ਜਦੋਂ ਇਹ ਰਵਾਲਸਰ ਸਾਹਿਬ ਪਹੁੰਚ ਗਏ ਨੇ, ਸਾਰੇ ਪਹਾੜੀ ਰਾਜੇ ਜਿੰਨੇ ਵੀ ਸਨ ਰਵਾਲਸਰ ਪਹੁੰਚੇ। ਇਹ ਪਦਮਾ ਆਪਣੇ ਪਿਤਾ ਦੇ ਨਾਲ, ਆਪਣੀ ਮਾਤਾ ਦੇ ਨਾਲ ਰਵਾਲਸਰ ਪਹੁੰਚੇ ਨੇ। ਉੱਥੇ ਹੀ ਦਸ਼ਮੇਸ਼ ਪਿਤਾ ਜੀ ਵੀ ਆਏ ਹੋਏ। ਇਹਨਾਂ ਦੇ ਜਾਣ ਤੋਂ ਪਹਿਲਾਂ, ਪਦਮਾ ਹੋਰਾਂ ਦੇ ਜਾਣ ਤੋਂ ਪਹਿਲਾਂ ਸਾਰੇ ਰਾਜੇ ਰਾਣੀਆਂ ਜਿਹੜੀਆਂ ਨੇ ਗੁਰੂ ਸਾਹਿਬ ਨੂੰ ਮਿਲ ਚੁੱਕੇ ਨੇ। ਇਹਨਾਂ ਦੀ ਆਪਸ ਵਿੱਚ ਵਿਚਾਰਾਂ ਹੋਈਆਂ ਨੇ। ਜਿੰਨੀਆਂ ਵੀ ਰਾਣੀਆਂ ਨੇ ਉਹ ਦੱਸਦੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਣਾਂ ਦੇ ਸਾਗਰ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਵੈਸ਼ ਭਾਵਨਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਲੋਭ ਲਾਲਚ ਨਹੀਂ, ਬਲਕਿ ਲੋਕ ਭਲਾਈ ਦਾ ਕਾਰਜ ਗੁਰੂ ਸਾਹਿਬ ਕਰਦੇ ਪਏ ਹੈ। ਤੇ ਸਾਡੇ ਜਿਹੜੇ ਪਤੀ ਨੇ, ਰਾਜੇ ਜਿਹੜੇ ਨੇ, ਇਹਨਾਂ ਨੂੰ ਚਾਹੀਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸੁਲ੍ਹਾ ਸਫਾਈ ਨਾਲ ਚੱਲਦੇ ਰਹਿਣ। ਇੱਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਪਾਸੋਂ ਅੰਮ੍ਰਿਤ ਲੈ ਕੇ ਤੇ ਗੁਰੂ ਕੇ ਸਿੱਖ ਬਣ ਜਾਣ, ਗੁਰੂ ਕੇ ਸਿੰਘ ਸੱਜ ਜਾਣ। ਇੱਧਰ ਰਾਜਿਆਂ ਦੇ ਮਨਾਂ ਵਿੱਚ ਵੀ ਆਉਂਦਾ ਹੈ ਪਿਆਰਿਓ ਕਿ ਇਹ ਸਿੰਘ ਬਣ ਜਾਣ। ਹੁਣ ਜਦੋਂ ਇਹ ਪਿਆਰਿਓ ਰਾਜਾ ਤੇ ਇਹਦੀ ਬੱਚੀ ਜਿਹੜੀ ਧੀ ਜਿਹੜੀ ਪਦਮਾ ਆਪਸ ਵਿੱਚ ਮਿਲੇ ਆ, ਉੱਥੇ ਪਦਮਾ ਕਹਿੰਦੀ ਹੈ, ਪਿਤਾ ਜੀ ਸਾਰੀਆਂ ਰਾਣੀਆਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਬਹੁਤ ਮਿਠਾਸ ਵਾਲਾ, ਨਿਮਰਤਾ ਵਾਲਾ, ਸਤਿਗੁਰੂ ਸਾਹਿਬ ਨੂੰ ਬੜੇ ਚੰਗੇ ਢੰਗ ਦੇ ਨਾਲ ਮਿਲਦੇ ਆ, ਸਭ ਦਾ ਭਲਾ ਕਰਦੇ। ਇੱਧਰੋਂ ਰਾਜਾ ਕਹਿਣ ਲੱਗਾ, ਬੱਚੀਏ ਮੈਂ ਵੀ ਰਾਜਿਆਂ ਨੂੰ ਮਿਲ ਕੇ ਆਇਆ, ਸਾਰਿਆਂ ਨੇ ਹੀ ਇਹ ਗੱਲ ਦੱਸੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਭਲੇ ਮਹਾਂਪੁਰਖ ਨੇ। ਤੇ ਕਿਉਂ ਨਾ ਉਹਨਾਂ ਦੇ ਮਨਾਂ ਦੇ ਅਸਰ ਹੁੰਦਾ, ਉਹਨਾਂ ਦੇ ਮਨਾਂ ਦੇ ਉੱਪਰ ਇੰਨਾ ਕੁ ਜ਼ਿਆਦਾ ਅਸਰ ਹੋ ਗਿਆ ਕਿ ਉਹ ਸਿੱਖ ਬਣਨ ਨੂੰ ਤਿਆਰ ਹੋ ਗਏ ਆ ਸਾਰੇ ਰਾਜੇ, ਅੰਮ੍ਰਿਤ ਛਕਣ ਨੂੰ। ਪਰ ਬੱਚੀ ਮੈਂ ਚਾਹੁੰਦਾ ਵਾਂ ਕਿ ਉਹ ਅੰਮ੍ਰਿਤ ਛਕਣ ਨਾ। ਕਿਉਂਕਿ ਜੇਕਰ ਉਹਨਾਂ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਉਹਨਾਂ ਬਣ ਜਾਣ। ਕੱਲ੍ਹ ਨੂੰ ਜਦੋਂ ਫਿਰ ਦਿੱਲੀਓਂ ਕੋਈ ਇਹਨਾਂ ਦੇ ਉੱਪਰ ਆਰਡਰ ਆ ਗਿਆ, ਇਹਨਾਂ ਨੇ ਉਹ ਮੰਨਣਾ ਹੀ ਮੰਨਣਾ, ਕਿਉਂਕਿ ਇਹ ਤਾਂ ਇੱਕ ਸ਼ਤਰੰਜ ਦੇ ਮੋਹਰੇ ਦੀ ਤਰ੍ਹਾਂ ਨੇ। ਇਹਨਾਂ ਨੂੰ ਚਲਾਉਣ ਵਾਲਾ ਬਾਦਸ਼ਾਹ ਔਰੰਗਾ ਹੈ। ਜਦੋਂ ਵੀ ਕਿਤੇ ਆਰਡਰ ਆ ਗਿਆ ਤੇ ਇਹਨਾਂ ਨੇ ਗੁਰੂ ਸਾਹਿਬ ਦੇ ਵਿਰੋਧ ਵਿੱਚ ਭੁਗਤਣਾ, ਤੇ ਫਿਰ ਉਹ ਅੰਮ੍ਰਿਤ ਛਕਿਆ ਜਿਹੜਾ ਇਹ ਭੰਗ ਹੋਵੇਗਾ ਤੇ ਨਗੋਰੇ ਹੋ ਕੇ, ਬੇਮੁਖ ਹੋ ਕੇ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ। ਇਸ ਕਰਕੇ ਨਾ ਛਕਣ ਤੇ ਚੰਗਾ ਹੈ। ਤੇ ਜੇਕਰ ਬਾਈ ਚਾਂਸ ਅੰਮ੍ਰਿਤ ਛਕ ਕੇ ਔਰੰਗੇ ਦੀ ਗੱਲ ਨਾ ਮੰਨੀ, ਫਿਰ ਇਹਨਾਂ ਦਾ ਰਾਜ ਭਾਗ ਖੋਇਆ ਜਾਏਗਾ। ਇਸ ਕਰਕੇ ਮੈਂ ਤੇ ਇਹੀ ਚਾਹੁੰਦਾ। ਉਹ ਕਹਿਣ ਲੱਗੇ, ਪਿਤਾ ਜੀ ਡਰ ਕਾਹਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਜੁੜਨਾ। ਕਹਿਣ ਲੱਗੀ, ਬੱਚੀਏ ਹੁਣ ਆਪਾਂ ਜਿੱਦੇ ਦਾ ਇਹ ਵੇਖਦੇ ਪਏ ਹਾਂ ਸਭ ਕੁਝ, ਕਿ ਜਿੰਨੇ ਵੀ ਬਾਦਸ਼ਾਹ ਆਏ ਨੇ ਰਾਜਿਆਂ ਨੂੰ ਤਕਰੀਬਨ ਉਹਨਾਂ ਦੇ ਹੱਕ ਵਿੱਚ ਭੁਗਤਣਾ ਪੈ ਰਿਹਾ, ਨਹੀਂ ਤੇ ਉਹਨਾਂ ਰਾਜਿਆਂ ਦੇ ਉੱਪਰ ਵੀ ਜ਼ੁਲਮ ਹੁੰਦਾ। ਇਸ ਕਰਕੇ ਸਾਰਿਆਂ ਦੇ ਅੰਦਰੋਂ ਜ਼ਮੀਰ ਮਰੀ ਹੋਈ ਹੈ। ਦਿਲ ਇਹਨਾਂ ਦਾ ਕਰਦਾ ਪਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਣ ਜਾਈਏ, ਅੰਮ੍ਰਿਤ ਛਕ ਲਈਏ, ਪਰ ਛਕਦੇ ਕੋਈ ਨਹੀਂ।
ਵਿਚਾਰਾ ਕਰਦੇ ਰਹੇ। ਇਹ ਪਦਮਾ ਕਹਿਣ ਲੱਗੀ, ਪਿਤਾ ਜੀ ਜੇ ਆਪ ਜੀ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭੇਟ ਹੋਈ ਆ ਤੇ ਮੈਨੂੰ ਦੱਸੋ, ਤੁਸੀਂ ਵੀ ਮਿਲੇ ਹੋ? ਕਹਿਣ ਲੱਗਾ, ਧੀਏ ਹਾਂ ਮੈਂ ਵੀ ਮਿਲ ਕੇ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਹੁਤ ਚੰਗੇ ਨੇ। ਮਹਾਰਾਜ ਦੇ ਦੀਦਾਰ ਕਰਕੇ ਦਿਲ ਨੂੰ ਆਨੰਦ, ਮਨ ਨੂੰ ਖੁਸ਼ੀ, ਚਾਅ ਪੈਦਾ ਹੁੰਦਾ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ। ਪਿਤਾ ਜੀ ਫਿਰ ਮੈਂ ਵੀ ਜਾ ਕੇ ਮਹਾਰਾਜ ਦੇ ਦਰਸ਼ਨ ਕਰ ਆਵਾਂ ਜੇ ਤੁਸੀਂ ਆਗਿਆ ਦੇਵੋ। ਕਹਿਣ ਲੱਗਾ, ਜ਼ਰੂਰ ਬੇਟਾ, ਤੂੰ ਵੀ ਦਰਸ਼ਨ ਕਰ। ਮਹਾਰਾਜ ਦੇ ਦਰਸ਼ਨ ਕੀਤਿਆਂ ਆਪਣੇ ਆਪ ਅੰਦਰ ਚਾਅ ਉੱਠਦਾ, ਅੰਦਰ ਗਦ-ਗਦ ਹੋ ਜਾਂਦਾ ਜਦੋਂ ਉਹਨਾਂ ਦੇ ਦਰਸ਼ਨ ਕਰੀਦੇ। ਤੂੰ ਵੀ ਜਾ, ਪਰ ਇੱਕ ਗੱਲ ਹੈ, ਤੂੰ ਜਾ ਕੇ ਕਿਤੇ ਆਪਣੀਆਂ ਜ਼ਿਆਦਾ ਸਿਆਣਪਾਂ ਨਾ ਕਰੀ। ਕਹਿਣ ਲੱਗੇ, ਪਿਤਾ ਜੀ ਮੈਂ ਜਾਣਾ ਨਹੀਂ ਇੱਦਾਂ, ਮੈਂ ਚਾਹੁੰਦੀ ਹਾਂ ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਪੱਤਰ, ਚਿੱਠੀ ਜਿਹੜੀ ਲਿਖ ਕੇ ਭੇਜਾਂ। ਕਹਿਣ ਲੱਗਾ, ਜਿਵੇਂ ਤੈਨੂੰ ਬੇਟਾ ਠੀਕ ਲੱਗੇ ਉਵੇਂ ਕਰ ਲੈ। ਪਿਆਰਿਓ, ਰਾਜਾ ਇੰਨਾ ਕਹਿ ਕੇ ਚਲਿਆ ਗਿਆ। ਤੇ ਮਗਰੋਂ ਫਿਰ ਜਿਹੜੀ ਇਹਦੇ ਸਹੇਲੀ ਕਹਿ ਲਓ, ਸਖੀ ਕਹਿ ਲਓ, ਸਨਿਕੋ ਸੀ ਨਾ, ਉਹ ਆਈ ਹੈ। ਜਦੋਂ ਇਹਦੇ ਕਮਰੇ ਵਿੱਚ ਉਹਨੇ ਆਉਣਾ ਕੀਤਾ ਤੇ ਪਿਆਰੇ ਪਦਮਾ ਕਹਿਣ ਲੱਗੀ, ਆਹ ਸਨਿਕੋ ਮੈਂ ਤੈਨੂੰ ਉਡੀਕਦੀ ਸਾਂ। ਕਹਿਣ ਲੱਗੀ, ਮੈਨੂੰ ਸੁਨਿਕੋ ਨਾ ਕਿਹਾ ਕਰੋ ਅੱਜ ਤੋਂ ਬਾਅਦ। ਠੀਕ ਹੈ, ਮੈਂ ਸੁਨਿਕੋ ਤੈਨੂੰ ਨਹੀਂ ਕਹਿੰਦੀ, ਮੈਂ ਤੈਨੂੰ ਸੁਨਿਕੋ ਨਹੀਂ ਕਹਿੰਦੀ, ਪਰ ਮੈਨੂੰ ਕਾਰਨ ਦੱਸ ਕਿਉਂ ਨਾ ਤੈਨੂੰ ਸੁਨਿਕੋ ਆਖ। ਕਹਿਣ ਲੱਗੀ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛਕ ਆਈ ਹਾਂ ਤੇ ਅੱਜ ਤੋਂ ਮੈਂ ਸੁਨਿਕੋ ਤੋਂ ਮਾਨ ਕੌਰ ਬਣ ਚੁੱਕੀ ਹਾਂ, ਮੈਨੂੰ ਸੁਨਿਕੋ ਨਾ ਆਖਿਆ ਕਰੋ। ਕਹਿਣ ਲੱਗੀ, ਭੈੜੀਏ ਕੱਲੀ ਕੱਲੀ ਜਾ ਆਈ ਹੈ, ਉਹ ਜਿਹੜਾ ਅੰਮ੍ਰਿਤ ਦੀ ਬੂੰਦ ਕੱਲੀ ਕੱਲੀ ਛਕ ਆਈ ਹੈ, ਜਾ ਕੇ ਅੰਮ੍ਰਿਤ ਪੀ ਆਈ ਹੈ, ਮੈਨੂੰ ਕਿਉਂ ਨਹੀਂ ਖੜਿਆ ਨਾਲ? ਪਿਆਰਿਓ, ਜਦੋਂ ਇੰਨੀ ਗੱਲ ਆਖੀ ਤੇ ਸਨਿਕੋ ਕਹਿਣ ਲੱਗੀ, ਮੈਂ ਠਹਿਰੇ ਅਨਪੜ੍ਹ, ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ, ਕੋਈ ਸਿਆਣਪ ਮੈਨੂੰ ਬਹੁਤ ਜ਼ਿਆਦਾ ਨਹੀਂ ਆਉਂਦੀ ਤੁਹਾਡੀ ਤਰ੍ਹਾਂ। ਤੁਸੀਂ ਪੜ੍ਹੇ ਲਿਖੇ ਹੋ ਤੇ ਕਈ ਤਰ੍ਹਾਂ ਦੀਆਂ ਵਿਚਾਰਾਂ, ਤਕਰੀਰਾਂ ਦਿੰਦੇ ਹੋ। ਇਸ ਕਰਕੇ ਜਦੋਂ ਜੇਕਰ ਮੈਂ ਤੁਹਾਨੂੰ ਕਹਿ ਦਿੰਦੀ ਨਾ ਜਾਣ ਵਾਸਤੇ ਨਾਲ, ਤੇ ਤੁਸੀਂ ਕਈ ਤਰ੍ਹਾਂ ਦੇ ਵਿੱਚੋਂ ਗੱਲਾਂ ਲੱਭਣੀਆਂ ਸਨ, ਕਈ ਤਰ੍ਹਾਂ ਦੇ ਤਰੀਕੇ ਲੱਭਣੇ ਸਨ। ਜੇਕਰ ਮੇਰੀ ਗੱਲ ਕੀਤੀ ਜਾਵੇ ਤੇ ਮੈਂ ਤੇ ਉਹ ਜਿਹੜਾ ਪਿਆਰਾ ਗੁਰੂ ਕਾ ਸਾਡੇ ਇਲਾਕੇ ਵਿੱਚ ਰਹਿੰਦਾ ਸੀ ਨਾ, ਚੰਬੇ ਦੇ ਇਲਾਕੇ ਵਿੱਚ, ਜਦੋਂ ਮੈਂ ਉਹਦੇ ਦਰਸ਼ਨ ਕੀਤੇ ਸਨ, ਉਸ ਗੁਰਸਿੱਖ ਦੇ ਅੰਮ੍ਰਿਤ ਦੇ ਵੇਲੇ ਉਹਦੇ ਮੁਖ ਵਾਕ ਬਚਨ ਸੁਣੇ ਸੀ ਬਾਣੀ ਵਾਲੇ, ਤੇ ਉਹ ਜਿਹੜੇ ਬਚਨਾਂ ਨੇ ਮੈਨੂੰ ਉਦੋਂ ਹੀ ਇਸ ਪਾਸੇ ਵੱਲ ਨੂੰ ਤੋਰ ਪ੍ਰੇਰਨਾ ਦੇ ਦਿੱਤੀ ਸੀ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਹੀ ਬਣਨਾ। ਇਹ ਸੱਚ ਦਾ ਰਾਹ ਮੈਂ ਚੁਣਨਾ ਹੀ ਚੁਣਨਾ, ਗੁਰੂ ਨੇ ਮੇਰਾ ਭਲਾ ਕਰਨਾ, ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੀ ਬਣ ਜਾਣਾ। ਇਸ ਕਰਕੇ ਮੇਰੇ ਤੇ ਤਾਂ ਉਦੋਂ ਦੇ ਉਸ ਗੁਰਸਿੱਖ ਦਾ ਅਸਰ ਹੋ ਗਿਆ। ਉਹ ਕਹਿਣ ਲੱਗੇ, ਵਾਕਿਆ ਹੀ ਉਹਦੀਆਂ ਗੱਲਾਂ ਤੇ ਸੁਣਨ ਵਾਲੀਆਂ ਸਨ। ਉਹਨੂੰ ਸੁਣਨ ਤੋਂ ਬਾਅਦ ਤੇ ਮੇਰੇ ਤੇ ਵੀ ਬੜਾ ਅਸਰ ਹੋਇਆ ਸੀ। ਮੈਂ ਵੀ ਇੱਕ ਦਿਨ ਗਈ ਸਾਂ ਤੇਰੇ ਨਾਲ, ਪਰ ਤੇਰੇ ਭਾਗ ਬੜੇ ਚੰਗੇ ਨੇ। ਸੁਨਿਕੋ ਜਿਹੜੀ ਸੀ ਮਾਨ ਕੌਰ ਬਣੀ ਆ, ਉਹ ਕਹਿਣ ਲੱਗੇ, ਭਾਗ ਤੁਹਾਡੇ ਵੀ ਚੰਗੇ ਨੇ। ਉਹਨਾਂ ਨੇ ਇਹ ਬਚਨ ਕੀਤਾ ਹੋਇਆ ਕਿ ਸਮਰੱਥ ਗੁਰੂ ਸਿਰ ਹੱਥ ਧਰੇਗਾ। ਮੇਰੇ ਤੇ ਸਿਰ ਤੇ ਹੱਥ ਧਰ ਦਿੱਤਾ ਗੁਰੂ ਸਾਹਿਬ ਨੇ, ਤੁਹਾਡੇ ਸਿਰ ਤੇ ਵੀ ਸਤਿਗੁਰੂ ਜ਼ਰੂਰ ਆਪਣਾ ਹੱਥ ਧਰਨਗੇ, ਤੁਹਾਡੇ ਤੇ ਵੀ ਬਖਸ਼ਿਸ਼ ਜ਼ਰੂਰ ਹੋਵੇਗੀ। ਜੇ ਤੁਸੀਂ ਜਾਣਾ ਚਾਹੁੰਦੇ, ਅੰਮ੍ਰਿਤ ਛਕਣਾ ਚਾਹੁੰਦੇ, ਚਲੋ ਗੁਰੂ ਸਾਹਿਬ ਨੂੰ ਮਿਲੋ, ਮਹਾਰਾਜ ਦੇ ਦੀਦਾਰ ਕਰ ਲਓ। ਇਹ ਬਚਨ, ਇਹ ਵਿਚਾਰਾਂ ਹੋਈਆਂ ਤੇ ਪਿਆਰੋ ਉਹੀ ਗੱਲ ਹੋਈ। ਉਹ ਕਹਿਣ ਲੱਗੀ, ਮੈਂ ਇੱਦਾਂ ਮਹਾਰਾਜ ਨੂੰ ਮਿਲਣਾ ਨਹੀਂ। ਪਦਮਾ ਕਹਿੰਦੀ, ਮੈਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਇੱਕ ਚਿੱਠੀ ਭੇਜਣੀ ਹੈ, ਪੱਤਰ ਭੇਜਣਾ। ਉਹ ਮਾਨ ਕੌਰ ਕਹਿਣ ਲੱਗੇ, ਹੋਈ ਨਾ ਉਹੀ ਗੱਲ, ਮੈਨੂੰ ਪਤਾ ਸੀ ਤੁਸੀਂ ਸਿਆਣੇ, ਇਸ ਕਰਕੇ ਆਪਣੀਆਂ ਸਿਆਣਪਾਂ ਤੁਹਾਡੀਆਂ ਜਿਹੜੀਆਂ ਨੇ ਉਹ ਤੁਹਾਨੂੰ ਗੁਰੂ ਦੇ ਨਾਲ ਮਿਲਣ ਤੋਂ ਕੁਝ ਨਾ ਕੋਈ ਰੋਕਣਗੀਆਂ। ਕਹਿਣ ਲੱਗੀ, ਨਹੀਂ ਮੈਂ ਰੁਕ ਨਹੀਂ ਰਹੀ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਮੈਂ ਚਿੱਠੀ ਭੇਜਣੀ ਚਾਹੁੰਦੀ ਹਾਂ। ਇੱਕ ਚਿੱਠੀ ਪਿਆਰਿਓ ਜਦੋਂ ਭੇਜਣੀ ਸੀ ਤੇ ਉਹ ਮਾਨ ਕੌਰ ਕਹਿਣ ਲੱਗੀ, ਫਿਰ ਲਿਓ ਲਿਖ ਕੇ ਚਿੱਠੀ। ਉਹ ਚਿੱਠੀ ਲਿਖ ਕੇ ਕਾਗਜ਼ ਦੇ ਉੱਪਰ ਕਲਮ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲ ਨੂੰ ਭੇਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਕੇ ਉਸ ਚਿੱਠੀ ਦਾ ਉੱਤਰ ਦਿੱਤਾ। ਉਹ ਚਿੱਠੀ ਜਦੋਂ ਵਾਪਸ ਆਈ, ਪਦਮਾ ਨੂੰ ਸੁਣਾਈ ਹੈ। ਉਹਨੇ ਜਦੋਂ ਚਿੱਠੀ ਸੁਣੀ ਹੈ ਨਾ ਪਿਆਰਿਓ, ਤੇ ਕਹਿਣ ਲੱਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਪਰ ਤੋਲਵਾਂ ਜਵਾਬ ਦਿੱਤਾ। ਕਹਿਣ ਲੱਗੇ, ਤੁਹਾਡਾ ਉਹ ਜਿਹੜਾ ਮਨ ਦਾ ਸ਼ੰਕਾ ਸੀ ਦੂਰ ਹੋਇਆ ਕਿ ਨਹੀਂ ਹੋਇਆ?
ਤੁਹਾਡਾ ਉੱਤਰ ਮਿਲ ਗਿਆ। ਤੁਹਾਨੂੰ ਕਹਿਣ ਲੱਗੇ ਮਿਲ ਤੇ ਗਿਆ, ਪਰ ਪੂਰਾ ਪੂਰਾ ਹੀ ਉੱਤਰ ਦਿੱਤਾ, ਵਾਧੂ ਗੱਲ ਨਹੀਂ ਗੁਰੂ ਸਾਹਿਬ ਨੇ ਕੁਝ ਵੀ ਆਖੀ। ਜਿੰਨੇ ਕੁ ਮੈਂ ਸਵਾਲ ਕੀਤਾ ਉਨਾ ਕੀ ਉੱਤਰ ਆਇਆ। ਮੈਂ ਚਾਹੁੰਦੀ ਸਾਂ ਸਪਸ਼ਟ ਤੌਰ 'ਤੇ ਉੱਤਰ ਮਿਲ ਜਾਂਦਾ ਮੈਨੂੰ। ਸੋ ਇਸ ਕਰਕੇ ਮੇਰੇ ਸਵਾਲ ਦਾ ਪੂਰਾ ਜਵਾਬ ਅਜੇ ਮਿਲਿਆ ਨਹੀਂ। ਗੁੰਝਲਦਾਰ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਮੈਂ ਚਾਹੁੰਦਾ ਇੱਕ ਹੋਰ ਚਿੱਠੀ ਗੁਰੂ ਸਾਹਿਬਾਂ ਨੂੰ ਲਿਖ ਕੇ ਭੇਜਾਂ। ਇਹਦਾ ਪਿਆਰ ਫਿਰ ਇੱਕ ਹੋਰ ਚਿੱਠੀ ਜਿਹੜੀ ਹੈ ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਖ ਕੇ ਭੇਜੀ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਆਖਿਆ ਗਿਆ ਕਿ ਸਤਿਗੁਰੂ ਜੀ, ਤੁਸੀਂ ਇਹ ਜੋ ਮੇਰਾ ਜਵਾਬ ਦਿੱਤਾ ਪੂਰਾ ਪੂਰਾ ਨਾਪਵਾਂ ਤੋਲਵਾਂ ਜਵਾਬ ਕਿਉਂ ਦਿੱਤਾ ਜੀ? ਇਹ ਜਿਹੜਾ ਜਵਾਬ ਜਿਹੜਾ ਪੂਰਾ ਪੂਰਾ ਕਿਉਂ ਦਿੱਤਾ ਹੈ? ਇਹਦਾ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਸਪਸ਼ਟ ਤੌਰ 'ਤੇ ਪੂਰਨ ਤੌਰ 'ਤੇ ਕਿਉਂ ਨਹੀਂ ਭੇਜਿਆ? ਜਦੋਂ ਪਿਆਰੋ ਇਹ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਖ ਕੇ ਭੇਜੀ ਹੈ ਤੇ ਗੁਰੂ ਗਰੀਬ ਨਿਵਾਜ ਦਾਤਾ ਜੀ ਨੇ ਫਿਰ ਉਸ ਚਿੱਠੀ ਦਾ ਜਵਾਬ ਦੁਬਾਰਾ ਦਿੱਤਾ। ਨਕਸ਼ੇ ਖਿੱਚਣ ਹਾਰਿਆ ਕਿਆ ਨਕਸ਼ਾ ਵਾਇਆ ਇਹ ਜਿਹੜੀ ਪਦਮਾ ਇਹਨੇ ਭੇਜਿਆ ਚਿੱਠੀ ਦੇ ਵਿੱਚ ਲਿਖ ਕੇ ਕਿ ਇਹ ਨਕਸ਼ੇ ਖਿੱਚਣ ਹਾਰਿਆ ਸਾਈਆਂ, ਇਹ ਜੋ ਤੂੰ ਨਕਸ਼ਾ ਖਿੱਚ ਕੇ ਭੇਜਿਆ ਕਿਹੜਾ ਨਕਸ਼ਾ ਵਾਇਆ? ਪੁੱਠੀਆਂ ਸਿੱਧੀਆਂ ਮਾਰ ਕੇ ਰੰਗ ਡੋਲ ਵਿਖਾਇਆ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਤੁਸੀਂ ਇਹਦੇ ਵਿੱਚ ਗੱਲਾਂ ਲਿਖੀਆਂ ਨੇ ਇਹ ਮੇਰੇ ਸੋਝੀ ਵਿੱਚ ਨਹੀਂ ਆਉਂਦੀਆਂ, ਮੈਨੂੰ ਸਮਝ ਨਹੀਂ ਪੈਂਦੀਆਂ। ਪਰ ਕਾਗਤ ਚੀਚ ਗਲੋਲਿਆਂ ਥੋ ਕਿਤੇ ਨਾ ਲਾਇਆ ਏ। ਮਹਾਰਾਜ ਸੱਚੇ ਪਾਤਸ਼ਾਹ ਇਹ ਤੁਸੀਂ ਜੋ ਅੱਖਰ ਲਿਖ ਕੇ ਭੇਜ ਦਿੱਤੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਦੀ ਥੋ ਨਹੀਂ ਮੈਨੂੰ ਪੈਂਦੀ। ਇਸ ਵਿੰਗ ਤੜਿੰਗੇ ਨਕਸ਼ ਵਿੱਚ ਕਿਉਂ ਸਾਨੂੰ ਪਾਇਆ ਏ? ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਿੰਗ ਤੜਿੰਗਾ ਜੋ ਤੁਸੀਂ ਲਿਖਿਆ ਮਹਾਰਾਜ ਇਹ ਸਾਨੂੰ ਸੋਝੀ ਨਹੀਂ ਆਉਂਦੀ। ਸਾਡੀ ਇੰਨੀ ਮਤ ਨਹੀਂ ਕਿ ਮੈਂ ਇਸ ਸ਼ਬਦਾਂ ਨੂੰ ਸਮਝ ਪਾਵਾਂ। ਉਹ ਪਿਆਰੇ ਗੋਲੀ ਜਿਹੜੀ ਸੀ ਜਿਹਦਾ ਨਾਮ ਅਜਮਾਨ ਕੌਰ ਬਣ ਗਿਆ, ਸਖੀ ਬਣੀ ਹੋਈ ਹੈ ਪਦਮਾ ਦੀ, ਉਹ ਗੁਰੂ ਸਾਹਿਬ ਦੀ ਚਿੱਠੀ ਲੈ ਕੇ ਜਦੋਂ ਗੁਰੂ ਸਾਹਿਬ ਕੋਲ ਗਈ ਫਿਰ ਮਹਾਰਾਜ ਨੇ ਫਿਰ ਜਵਾਬ ਵਿੱਚ ਇੱਕ ਹੋਰ ਚਿੱਠੀ ਲਿਖੀ। ਮਹਾਰਾਜ ਨੇ ਆਖਿਆ ਕਹਿਣ ਲੱਗੇ ਨਕਸ਼ੇ ਖਿੱਚਣ ਹਾਰ ਨੇ ਕਿਹਾ ਨਕਸ਼ਾ ਵਾਇਆ ਹੈ, ਹਰ ਬਿੰਦੇ ਘੁੰਡੀ ਲੇਖ ਵਿੱਚ ਰੰਗ ਆਪਣਾ ਲਾਇਆ ਹੈ। ਮਹਾਰਾਜ ਕਹਿਣ ਲੱਗੇ ਅਸੀਂ ਆਪਣਾ ਰੰਗ ਇਹਨਾਂ ਬਿੰਦੀਆਂ ਦੇ ਵਿੱਚ ਇਹਨਾਂ ਅੱਖਰਾਂ ਦੇ ਵਿੱਚ ਪਾ ਕੇ ਭੇਜਿਆ। ਇਹ ਚੀਚ ਗਲੋਲਾ ਪ੍ਰੇਮ ਦਾ ਇਸ ਨਕਸ਼ੇ ਵਾਇਆ ਹੈ, ਰਖ ਕੁੰਜੇ ਓਲੇ ਇਸ ਦੇ ਵਿੱਚ ਹੈਰਤ ਪਾਇਆ ਹੈ। ਮਹਾਰਾਜ ਕਹਿਣ ਲੱਗੇ ਇਹਦੀ ਚਾਬੀ ਜਿਹੜੀ ਆ ਓਲੇ ਧਰ ਦਿੱਤੀ, ਭਾਵ ਕਿ ਜਣਾ ਖਣਾ ਇਹਨੂੰ ਪੜ੍ਹੇਗਾ ਤੇ ਉਹਨੂੰ ਸੋਝੀ ਨਹੀਂ ਆਉਣੀ। ਇਹਦੀ ਕੁੰਜੀ ਜਿਹਨੂੰ ਮਿਲੇਗੀ, ਜਿਹੜਾ ਇੰਨਾ ਸਿਆਣਾ ਹੋਏਗਾ ਉਹੀ ਇਹਨੂੰ ਸਮਝ ਪਾਏਗਾ। ਉਹ ਜਦੋਂ ਚਿੱਠੀ ਲੈ ਕੇ ਗੁਰੂ ਸਾਹਿਬ ਦੇ ਕੋਲੋਂ ਵਾਪਸ ਆਈ, ਪਦਮਾ ਨੂੰ ਦਿੱਤੀ ਤੇ ਪਦਮਾ ਨੇ ਚਿੱਠੀ ਪੜ੍ਹੀ। ਪਿਆਰੇ ਪੜ੍ਹਦਿਆਂ ਸਾਰ ਇੱਕਦਮ ਅੰਦਰੋਂ ਪਿਆਰੋ ਖੇੜਾ ਜਾਂ ਵਿਗਾਸ ਜਿਹਾ ਆਇਆ ਤੇ ਚਾਅ ਉੱਠਿਆ, ਆਪਣੇ ਆਪ ਬੁੱਲ੍ਹਾਂ 'ਚੋਂ ਮੁਸਕਰਾਹਟ ਆਉਣ ਲੱਗ ਪਈ। ਤੇ ਪਿਆਰਿਓ ਇੱਕਦਮ ਹੁਣ ਖਿੱਚ ਪਈ ਆ ਕਿ ਜੀ ਕਰ ਰਿਹਾ ਕਿ ਗੁਰੂ ਸਾਹਿਬ ਨੂੰ ਮਿਲਾਂ। ਜਿਹੜੀ ਕਹਿੰਦੀ ਸੀ ਚਿੱਠੀਆਂ ਭੇਜਣੀਆਂ ਨੇ, ਪਹਿਲਾਂ ਚਿੱਠੀ ਭੇਜਣੀ ਆ, ਤਸੱਲੀ ਕਰਨੀ ਪਹਿਲੇ। ਹੁਣ ਪਿਆਰਿਓ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਇਹਨੇ ਜਾਣਿਆ ਨਾ ਜਦੋਂ, ਤੇ ਇੱਕਦਮ ਹੁਣ ਖਿੱਚ ਪੈ ਰਹੀ ਕਿ ਮਹਾਰਾਜ ਨੂੰ ਮਿਲਾਂ। ਪਰ ਅਜੇ ਵੀ ਜੀ ਕਰਦਾ ਕਿ ਸਾਹਮਣੇ ਨਾ ਜਾਵਾਂ, ਪਹਿਲਾਂ ਦੂਰੋਂ ਵੇਖਾਂ। ਕਹਿਣ ਲੱਗੀ ਮਾਨ ਕੌਰ ਮੈਨੂੰ ਕਿਸੇ ਤਰ੍ਹਾਂ ਗੁਰੂ ਸਾਹਿਬ ਵਿਖਾ, ਮਹਾਰਾਜ ਦਾ ਮੁਖੜਾ ਮੈਨੂੰ ਵਿਖਾ ਦੇ ਪਹਿਲਾਂ। ਉਹ ਕਹਿਣ ਲੱਗੀ ਠੀਕ ਹੈ ਮੈਂ ਵਿਖਾ ਦਿੰਨੀ। ਆਪਾਂ ਇੱਦਾਂ ਕਰਦੇ ਹਾਂ, ਮੈਂ ਐਸੀ ਜਗ੍ਹਾ ਜਾਣਦੀ ਹਾਂ ਜਿੱਥੋਂ ਆਪਾਂ ਲੁੱਕ ਕੇ ਝਾੜੀਆਂ ਨੇ, ਉੱਥੇ ਆਪਾਂ ਲੁੱਕ ਕੇ ਬਹਿ ਜਾਵਾਂਗੀਆਂ ਤੇ ਗੁਰੂ ਸਾਹਿਬ ਨੇ ਜਦੋਂ ਉੱਧਰ ਦੀ ਗੁਜ਼ਰਨਾ ਹੈ, ਲੰਘਣਾ ਹੈ ਤੇ ਮਹਾਰਾਜ ਨੂੰ ਆਪਾਂ ਵੇਖ ਲਵਾਂਗੇ, ਦਰਸ਼ਨ ਕਰ ਲਾਂਗੇ ਤੇ ਉੱਥੋਂ ਕੋਈ ਸਾਨੂੰ ਨਹੀਂ ਵੇਖ ਪਾਵੇਗਾ। ਉਹ ਜਗ੍ਹਾ ਇੱਦਾਂ ਦੀ ਹੈ, ਉੱਚੀ ਜਗ੍ਹਾ ਥੋੜ੍ਹੀ। ਉਹਨੇ ਪਿਆਰ ਇੱਦਾਂ ਹੀ ਕੀਤਾ ਆਪਣੇ ਪਿਤਾ ਦੇ ਨਾਲ। ਫਿਰ ਪਦਮਾ ਨੇ ਵਿਚਾਰ ਕੀਤੀ ਕਿ ਮੈਂ ਇੱਦਾਂ ਗੁਰੂ ਸਾਹਿਬ ਨੂੰ ਮਿਲਣਾ, ਮਿਲ ਲਵਾਂ। ਉਹ ਕਹਿਣ ਲੱਗਾ ਤੁਹਾਡੀ ਮਰਜ਼ੀ। ਇਹਦਾ ਪਿਆਰੇ ਵਿਚਾਰ ਬਣਾ ਕੇ ਇਹ ਦੋਨੋਂ ਜਣੀਆਂ ਉਸ ਜਗ੍ਹਾ, ਉਸ ਝਾੜੀ ਦੇ ਵਿੱਚ ਜਾ ਲੁਕੀਆਂ ਨੇ ਜਿੱਥੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੰਘਣਾ ਤੇ ਇਹ ਚਾਹੁੰਦੀਆਂ ਸਨ ਪਹਿਲਾਂ ਮਹਾਰਾਜ ਦੇ ਦਰਸ਼ਨ ਹੋ ਜਾਣ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਪਿਆਰਿਓ ਸਮਾਂ ਮਿਲਿਆ ਤੇ ਆਪਾਂ ਅਗਲੀ ਵਿਚਾਰ ਦੇ ਨਾਲ ਇੱਦਾਂ ਹੀ ਜੁੜਾਂਗੇ ਕਿ ਕਿਵੇਂ ਇਹਨਾਂ ਦੇ ਅੰਦਰ
ਪ੍ਰੇਮ ਦੀ ਜੋਤ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਗਾਈ। ਮਾਨ ਕੌਰ ਦੇ ਅੰਦਰ ਤੇ ਪਹਿਲਾਂ ਹੀ ਉਹ ਜੋਤ ਜਗੀ ਹੋਈ ਆ ਨਾਮ ਦੀ। ਪਰ ਜਿਹੜੀ ਇਹ ਪਦਮਾ ਹੈ ਪਿਆਰੇ ਪੜ੍ਹੀ ਲਿਖੀ ਸਿਆਣੀ ਆ, ਤੇ ਜਿਨ੍ਹਾਂ ਬਜ਼ੁਰਗਾਂ ਦੇ ਕੋਲੋਂ ਇਹਨੇ ਸਿੱਖਿਆ ਗ੍ਰਹਿਣ ਕੀਤੀ ਹੈ, ਪੜ੍ਹੀ ਲਿਖੀ ਆ ਜਿਨ੍ਹਾਂ ਦੇ ਕੋਲੋਂ, ਉਹਨੇ ਇੰਨਾ ਚੱਜ ਆਚਾਰ ਸਿਖਾਇਆ ਕਿ ਜਦੋਂ ਵੀ ਕਿਸੇ ਨੂੰ ਮਿਲਣਾ ਹੈ ਤੇ ਉਹਦੀ ਪਰਖ ਕਰ ਲੈਣੀ, ਉਹਨੂੰ ਜਾਣ ਲੈਣਾ ਪਹਿਲਾਂ ਕਿ ਉਹ ਕਿਵੇਂ ਦਾ ਹੈ। ਇਦਾਂ ਹੀ ਇਹ ਪਿਆਰੇ ਕਰਦੇ ਪਏ ਆ। ਸਮਾਂ ਮਿਲਿਆ ਤੇ ਆਪਾਂ ਕੱਲ ਨੂੰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰ